ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦਾ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਨੇ ਆਖਿਰ ਵੱਡਾ ਫੈਸਲਾ ਲੈਣ ਦੀ ਸੋਚੀ ਹੈ। ਜਿਹੜੇ ਬਿਜਲੀ ਸਮਝੌਤੇ ਸੀ, ਜਿਹੜੇ ਨਜਾਇਜ਼ ਬੋਝ ਬਣ ਰਹੇ ਸੀ ਸਰਕਾਰੀ ਖਜ਼ਾਨੇ ਦੇ ਉੱਪਰ, ਲੋਕਾਂ ਦੇ ਉੱਪਰ ਨਜਾਇਜ਼ ਬੋਝ ਬਣ ਰਹੇ ਸੀ, ਉਹ ਸਮਝੌਤੇ ਹੁਣ ਆਖਿਰ 4.5 ਸਾਲਾਂ ਤੋਂ ਬਾਅਦ ਬੰਦ ਕਰਨ ਦਾ ਫੈਸਲਾ ਲਿਆ। ਇਹ ਫੈਸਲਾ ਨਵਜੋਤ ਸਿੰਘ ਸਿੱਧੂ ਦੇ ਦਬਾਅ ਦੇ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਲਿਆ ਗਿਆ ਕਿ ਇਹ ਫੈਸਲਾ ਮਜਬੂਰੀ ਸੀਗਾ ਜਾਂ ਫਿਰ ਜ਼ਰੂਰੀ ਸੀਗਾ। ਇਸ ਤਰੀਕੇ ਨਾਲ ਫੈਸਲਾ ਲਿਆ ਗਿਆ ਕਿ ਵਾਕਈ ਹੀ ਮਨਸ਼ਾ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣਾ ਹੈ ਜਾਂ ਫਿਰ ਜਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਕਦਮ ਚੁੱਕਿਆ ਗਿਆ ਕਿ ਇਹ ਸਮਝੌਤੇ ਰੱਦ ਕਰ ਦਿਓ, ਕਿ ਇਹ ਸਮਝੌਤੇ ਰੱਦ ਹੋਣਗੇ ਵੀ ਜਾਂ ਨਹੀਂ, ਜਾਂ ਫਿਰ ਸਿਰਫ ਇੱਕ ਕੋਸ਼ਿਸ਼ ਹੀ ਰਹੇਗੀ। ਕਿਉਂਕਿ ਇਹ ਸਮਝੌਤੇ ਪਹਿਲਾਂ ਇਸ ਕਰਕੇ ਨਹੀਂ ਰੱਦ ਹੋ ਸਕੇ ਸੀਗੇ ਕਿਉਂਕਿ ਕਾਨੂੰਨੀ ਮਜਬੂਰੀਆਂ ਇਹੋ ਜਿਹੀਆਂ ਬਣੀਆਂ ਹੋਈਆਂ ਸੀ। ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਮਝਾਵਾਂਗੇ ਕਿ ਇਹ ਸਮਝੌਤੇ ਕੀ ਨੇ ਤੇ ਸਮਝੌਤੇ ਦੇ ਵਿੱਚ ਸ਼ਰਤਾਂ ਕਿਹੜੀਆਂ-ਕਿਹੜੀਆਂ ਨੇ। ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਪ੍ਰੋਗਰਾਮ ਦੇ ਵਿੱਚ ਇਕੱਲੀ ਗੱਲ ਇਹਨਾਂ ਸਮਝੌਤਿਆਂ ਨੂੰ ਤੁਹਾਡੇ ਅੱਗੇ ਰੱਖਾਂਗੇ ਤੇ ਨਾਲ ਹੀ ਨਾਲ ਇਹ ਵੀ ਹੈ ਕਿ ਹਾਲੇ ਪੰਜਾਬ ਸਰਕਾਰ ਦੇ ਵੱਲੋਂ ਕਦਮ ਹੀ ਚੁੱਕਿਆ ਗਿਆ। ਹਾਲੇ ਕੋਈ ਬਹੁਤੀ ਖੁਸ਼ੀ ਮਨਾਉਣ ਦੀ ਪੰਜਾਬ ਦੇ ਲੋਕਾਂ ਨੂੰ ਜ਼ਰੂਰਤ ਨਹੀਂ ਕਿ ਇਹ ਸਮਝੌਤੇ ਪੱਕਾ ਹੀ ਰੱਦ ਹੋ ਜਾਣਗੇ। ਜੇਕਰ ਇੰਨੇ ਸੌਖੇ ਹੁੰਦੇ ਤਾਂ ਸ਼ਾਇਦ ਇਹ ਸਰਕਾਰ ਜਿਹੜੀ ਹੈ ਪਹਿਲਾਂ ਰੱਦ ਕਰ ਦਿੰਦੀ। ਜੇ ਹੁਣ ਰੱਦ ਹੋ ਸਕਦੇ ਆ ਤਾਂ ਸਰਕਾਰ ਇੱਕ ਵਾਰ ਫਿਰ ਤੋਂ ਕਟਹਿਰੇ ਦੇ ਵਿੱਚ ਖੜੀ ਹੋ ਜਾਏਗੀ। ਜਾਂ ਹੁਣ ਰੱਦ ਹੋ ਸਕਦੇ ਸੀ ਤਾਂ ਫਿਰ ਪਹਿਲਾਂ 4.5 ਸਾਲ ਰੱਦ ਕਿਉਂ ਨਹੀਂ ਕੀਤੇ ਗਏ? ਪਹਿਲਾਂ 4.5 ਸਾਲ ਲੋਕਾਂ ਦੀਆਂ ਜੇਬਾਂ ਦੇ ਉੱਪਰ ਡਾਕਾ ਕਿਉਂ ਵੱਜਦਾ ਰਿਹਾ? ਇਹਨਾਂ ਪੂਰੇ ਮਾਮਲਿਆਂ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨੀ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਜਿਹੜਾ ਇਹ ਸਮਝੌਤਾ ਰੱਦ ਕਰਨ ਦੀ ਗੱਲ ਕਹੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ? ਇੱਕ ਤਰੀਕੇ ਦੇ ਸਰਕਾਰ ਦੀ ਇਹ ਮਜਬੂਰੀ ਹੈ ਜਾਂ ਜ਼ਰੂਰੀ ਹੈ? ਦੇਖੋ ਸਿੱਧੂ ਸਾਹਿਬ, ਜਿਸ ਤਰੀਕੇ ਨਾਲ ਨਵਜੋਤ ਸਿੱਧੂ ਪ੍ਰਧਾਨ ਬਣਿਆ, ਨਵਜੋਤ ਸਿੱਧੂ ਨੇ ਜਿਸ ਤਰੀਕੇ ਨਾਲ ਸਮੇਂ-ਸਮੇਂ ਤੇ ਇਹਨਾਂ ਮੁੱਦਿਆਂ ਨੂੰ ਉਭਾਰਿਆ ਔਰ ਮੁੱਦੇ ਉਭਾਰਨ ਤੋਂ ਬਾਅਦ ਜਿਹੜਾ ਪਾਵਰ ਪਰਚੇਜ਼ ਐਗਰੀਮੈਂਟ ਸੀ ਇਹਦੇ ਸੰਬੰਧੀ ਉਹਦੇ ਵੱਲੋਂ ਬੜੀ ਜਿਹੜੀ ਆਵਾਜ਼ ਜਿਹੜੀ ਉਠਾਈ ਗਈ, ਸਮੇਂ-ਸਮੇਂ ਤੇ ਆਵਾਜ਼ ਉਠਾਈ ਗਈ ਔਰ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਸ ਮੁੱਦੇ ਨੂੰ ਪਹਿਲਾਂ ਹੱਲ ਕਰੋ ਕਿ ਲੋਕਾਂ ਨੂੰ ਜਿਹੜੀ ਰਾਹਤ ਜਿਹੜੀ ਉਹ ਦਿੱਤੀ ਜਾਵੇ। ਔਰ ਇਹ ਜਿਹੜੀ ਰਾਹਤ ਆ ਇਹ ਬੜੀ ਚਿਰ ਲੋਕਾਂ ਦੇ, ਪੰਜਾਬ ਦੇ ਲੋਕਾਂ ਦੀ ਇੱਕ ਅਜਿਹੀ ਮੰਗ ਆ ਕਿ ਜਿਹਦੇ ਨਾਲ ਪੰਜਾਬ ਦਾ ਹਰ ਵਰਗ ਜੁੜਿਆ। ਤਾਂ ਕੱਲ ਵੀ ਔਰ ਕੱਲ ਤੋਂ ਪਹਿਲਾਂ ਵੀ ਜਦੋਂ ਬਿਜਲੀ ਸੰਕਟ ਪੰਜਾਬ ਦੇ ਵਿੱਚ ਆਇਆ ਤਾਂ ਉਸ ਸਮੇਂ ਜਦੋਂ ਸੰਕਟ ਆਇਆ ਤਾਂ ਕਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਜਿਹੜੀ ਗੱਲ ਸੀ ਉਹ ਇਸ ਦੇ ਸੰਬੰਧੀ ਆਵਾਜ਼ ਉਠਾਈ ਔਰ ਟਵੀਟਾਂ ਦੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹਦੇ ਸੰਬੰਧੀ ਜਿਹੜਾ ਸੁਚੇਤ ਕਰਦੇ ਕੀਤਾ। ਉਹ ਸੁਚੇਤ ਕਰਦੇ ਨੇ ਕਿ ਤੁਸੀਂ ਇਹਦੇ ਸੰਬੰਧੀ ਆਪਣੀ ਜਿਹੜੀ ਗੱਲਬਾਤ ਆ ਉਹ ਤੁਸੀਂ ਕਰੋ। ਪਰ ਇਹਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੋਈ ਵੀ ਗੰਭੀਰ ਕਦਮ ਜਿਹੜਾ ਉਹ ਉਹਨਾਂ ਨੇ ਨਹੀਂ ਉਠਾਇਆ। ਕੇਵਲ ਔਰ ਕੇਵਲ ਇਹਨੂੰ ਇਹੋ ਗੱਲ ਕਹੀ ਗਈ ਕਿ ਤੁਸੀਂ ਕੇਵਲ ਜਿਹੜੀ ਪਾਰਟੀ ਪਲੇਟਫਾਰਮ ਤੇ ਅੜ ਕੇ ਗੱਲ ਕਰੋ। ਹੁਣ ਕੱਲ ਜਦੋਂ ਉਹ ਦੁਬਾਰਾ ਅਮਰਿੰਦਰ ਸਿੰਘ ਹੋਰਾਂ ਨਾਲ ਕੈਪਟਨ ਨਵਜੋਤ ਸਿੱਧੂ ਹੋਰਾਂ ਦੀ ਮੀਟਿੰਗ ਜਿਹੜੀ ਆਪਣੀ ਟੀਮ ਦੇ ਨਾਲ ਗਈ ਤਾਂ ਉਹਦੇ ਵਿੱਚ ਤੀਸਰਾ ਪੁਆਇੰਟ ਜਿਹੜਾ ਸੀ ਬਿਜਲੀ ਪਾਵਰ ਪਰਚੇਜ਼ ਐਗਰੀਮੈਂਟ ਨਾਲ ਸੰਬੰਧ ਸੀ ਕਿ 18 ਰੁਪਏ ਦੇ ਹਿਸਾਬ ਨਾਲ ਤੁਸੀਂ ਖਰੀਦਦੇ ਰਹੇ ਜੀ। ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੇ 5 ਨੁਕਤੇ ਨੇ ਜਿਨ੍ਹਾਂ ਦੇ ਵਿੱਚ ਬਾਈਬਲ ਦੱਸ ਦਵਾਂ ਕਿ ਆ ਸਕਰੀਨ ਦੇ ਉੱਪਰ ਤੁਸੀਂ ਅਣਖੀ ਸਾਹਿਬ ਦੇ ਨਾਲ ਸਕਰੀਨ ਦੇ ਵਿੱਚ ਜਿਹੜੇ ਇਹ ਗੱਲਬਾਤ ਚੱਲ ਰਹੀ ਹੈ ਬਿਜਲੀ ਸਮਝੌਤੇ ਜਿਸ ਤਰੀਕੇ ਦੇ ਨਾਲ ਰੱਦ ਕਰਨ ਦੀ ਗੱਲ ਕੀਤੀ ਗਈ ਹੈ, ਇਹ ਸਕਰੀਨ ਦੇ ਉੱਪਰ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ। ਇਹ ਸਕਰੀਨ ਦੇ ਉੱਪਰ ਜਿਹੜੀਆਂ ਇਹ ਤਸਵੀਰਾਂ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਹੈ ਕਿ ਸਮਝੌਤੇ ਕੀ ਹਨ ਤੇ ਕੀ ਇਹਨਾਂ ਦੇ ਵਿੱਚ ਸ਼ਰਤਾਂ ਨੇ। ਇਹਨਾਂ ਦੇ ਵਿੱਚ ਤੁਸੀਂ ਆ ਤਸਵੀਰਾਂ ਦੇਖ ਸਕਦੇ ਹੋ ਕੀ ਸ਼ਰਤਾਂ 2007 ਦੇ 9 ਦੇ ਵਿੱਚ 25 ਸਾਲਾਂ ਲਈ ਸਮਝੌਤਾ ਹੋਇਆ ਸੀ। ਰਾਜਪੁਰਾ ਪਲਾਂਟ 25% ਉਪਲਬਧਤਾ ਤੇ ਫਿਕਸ ਚਾਰਜਸ ਤੇ 91 ਦਿਨ ਉਤਪਾਦਨ ਬੰਦ ਹੋਣ ਤੇ ਵੀ ਜੁਰਮਾਨਾ ਨਹੀਂ ਜੇ ਬੰਦ ਵੀ ਹੁੰਦਾ ਹੈ। ਤੇ ਆਹ ਸਮਝੌਤੇ ਸੀਗੇ ਰਾਜਪੁਰਾ ਥਰਮਲ ਪਲਾਂਟ, ਤਲਵੰਡੀ ਸਾਬੋਂ ਤੇ ਤੁਸੀਂ ਸਕਰੀਨ ਦੇ ਉੱਪਰ ਤੁਸੀਂ ਖੁਦ ਹੀ ਜਿਹੜੀ ਦੇਖ ਸਕਦੇ ਹੋ। ਗ੍ਰਾਫਿਕਸ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਹੈ ਕਿ ਬਿਜਲੀ ਸਮਝੌਤੇ ਕੀ ਹਨ ਤੇ ਕੀ ਇਹਨਾਂ ਦੇ ਵਿੱਚ ਸ਼ਰਤਾਂ ਸੀ। ਇਹਨਾਂ ਨੂੰ ਤੁਸੀਂ ਪੜ੍ਹ ਸਕਦੇ ਹੋ, ਚੰਗੀ ਤਰ੍ਹਾਂ ਜਾਣ ਸਕਦੇ ਹੋ। ਇਹਨਾਂ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਜੇਕਰ ਇਹ ਥਰਮਲ ਪਲਾਂਟ ਬੰਦ ਵੀ ਰਹਿੰਦੇ ਨੇ, ਜੇਕਰ ਇਹ ਸਾਨੂੰ ਬਿਜਲੀ ਪੂਰੀ ਉਪਲਬਧ ਨਹੀਂ ਵੀ ਕਰਵਾਉਂਦੇ ਤਾਂ ਵੀ ਸਾਨੂੰ ਜਿਹੜਾ ਉਹ ਪੂਰੀ ਹੀ ਬਿਜਲੀ ਦੇ ਪੈਸੇ ਇਹਨਾਂ ਨੂੰ ਦੇਣੇ ਪੈਣਗੇ। ਜੇਕਰ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਵੀ ਆ ਬਿਜਲੀ ਦੀ ਤਾਂ ਵੀ ਇਹ ਥਰਮਲ ਪਲਾਂਟ ਸਾਨੂੰ ਬਿਜਲੀ ਪੂਰੀ ਮੁਹੱਈਆ ਨਹੀਂ ਕਰਵਾਉਂਦੇ ਤਾਂ ਵੀ ਸਾਨੂੰ ਪੂਰੇ ਹੀ ਪੈਸੇ ਇਹਨਾਂ ਨੂੰ ਦੇਣੇ ਪੈਣਗੇ। ਜੇਕਰ ਖਰਾਬ ਹੋਣ ਦੇ ਕਾਰਨ ਇਹ ਬੰਦ ਹੋ ਜਾਂਦੇ ਆ ਜਾਂ ਸਾਨੂੰ ਇਹ ਪੂਰੀ ਜਿਹੜੀ ਬਿਜਲੀ ਮੁਹੱਈਆ ਨਹੀਂ ਕਰਵਾਉਂਦੇ ਤਾਂ ਵੀ ਇਹੋ ਜਿਹਾ ਕੋਈ ਪ੍ਰੋਵੀਜ਼ਨ ਨਹੀਂ ਕਿ ਅਸੀਂ ਇਹਨਾਂ ਨੂੰ ਜਿਹੜਾ ਜੁਰਮਾਨਾ ਲਗਾ ਸਕੀਏ। ਤਾਂ ਇਹਦੇ ਵਿੱਚ ਸਾਫ਼ ਤੌਰ ਤੇ ਇੱਕ ਪਾਸੜ ਜਿਹੜੇ ਇਹ ਕੀਤੇ ਗਏ ਨੇ ਸਮਝੌਤੇ, ਇਹਦੇ ਵਿੱਚ ਕਿਤੇ ਵੀ ਲੋਕਾਂ ਦੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਹੈ। ਸਿਰਫ ਔਰ ਸਿਰਫ ਲੋਕਾਂ ਦੇ ਵਿਰੋਧ ਦੇ ਵਿੱਚ ਹੀ ਗੱਲ ਹੈ ਕਿ ਜੇਕਰ ਤੁਹਾਨੂੰ ਲੋੜ ਵੀ ਨਹੀਂ
ਤਾਂ ਵੀ ਤੁਹਾਨੂੰ ਪੈਸੇ ਪੂਰੇ ਦੇਣੇ ਪੈਣਗੇ। ਜੇਕਰ ਤੁਹਾਨੂੰ ਲੋੜ ਹੈ ਤੇ ਬਿਜਲੀ ਸਮਝੌਤੇ ਦੇ ਬਿਜਲੀ ਤੁਹਾਨੂੰ ਪੂਰੀ ਨਹੀਂ ਹੋ ਰਹੀ ਤਾਂ ਵੀ ਤੁਹਾਨੂੰ ਜਿਹੜੇ ਪੈਸੇ ਪੂਰੇ ਦੇਣੇ ਪੈਣਗੇ। ਇਹ ਸਮਝੌਤੇ ਤੇ ਕੀ ਸ਼ਰਤਾਂ ਨੇ ਤੇ ਕੀ ਨੇ ਸਮਝੌਤੇ, ਇਹ ਤੁਸੀਂ ਗ੍ਰਾਫਿਕ ਦੇ ਜ਼ਰੀਏ ਦੇਖ ਸਕਦੇ ਹੋ ਤੇ ਪੜ੍ਹ ਸਕਦੇ ਹੋ। ਜੀ ਆਣਕੀ ਸਾਹਿਬ ਜਾਰੀ ਰੱਖੋ ਜੀ। ਤਾਂ ਇਹ ਜੋ ਸਮਝੌਤੇ ਜਦੋਂ ਹੋਏ ਚਤਰਾ ਤੇ ਬੜੇ ਤਰੀਕੇ ਨਾਲ ਗ੍ਰਾਫਿਕਸ ਦੇ ਰਾਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ, ਤੁਸੀਂ ਪੂਰਨ ਤੌਰ ਤੇ ਇਸ ਦੀ ਵਿਆਖਿਆ ਜਿਹੜੀ ਕਰ ਰਹੇ ਜੇ। ਤਾਂ ਇਹਨਾਂ ਸਮਝੌਤਿਆਂ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਲਹੂ ਚੂਸਿਆ, ਉਹਨਾਂ ਨੂੰ ਕਾਹੇ ਪਾਸੇ ਜੋਗਾ ਛੱਡਿਆ ਨਹੀਂ। 18 ਰੁਪਏ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ ਯੂਨਿਟ ਜਿਹੜਾ ਵਿਕਦਾ ਰਿਹਾ ਔਰ ਆ ਖਰੀਦਦੇ ਰਹੇ ਨੇ ਔਰ ਲੋਕਾਂ ਨੂੰ ਕਿਸ ਤਰੀਕੇ ਨਾਲ ਬਿਜਲੀ ਮਹਿੰਗੀ ਹੋਈ, ਤਾਂ ਸਾਰਾ ਕੁਝ ਬਾਵਜੂਦ ਇਹਨੂੰ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ। ਔਰ ਨਵਜੋਤ ਸਿੱਧੂ ਨੇ ਕਿਸ ਤਰੀਕੇ ਨਾਲ ਇਸ ਮੁੱਦੇ ਤੇ ਜਿਹੜੀ ਆਵਾਜ਼ ਉਠਾਈ ਲੋਕੀ ਉਹ ਵੀ ਜਾਣਦੇ। ਮੈਂ ਕੱਲ ਦੀ ਗੱਲ ਕਰ ਰਿਹਾ ਸਾਂ ਕਿ ਜਦੋਂ ਕੱਲ ਉਹ ਚਿੱਠੀ ਜਿਹੜੀ ਆ ਬਤੌਰ ਪ੍ਰਧਾਨ ਆਪਣੀ ਟੀਮ ਦੇ ਨਾਲ ਜਦੋਂ ਦੇ ਕੇ ਆਏ, ਤਾਂ ਤੀਜੇ ਨੰਬਰ ਦੀ ਜਿਹੜੀ ਮੱਦ ਸੀ, ਜਿਹੜੀ ਸ਼ਰਤ ਸੀ, ਉਹ ਬਿਜਲੀ ਸਮਝੌਤਿਆਂ ਦੇ ਸੰਬੰਧ ਦੇ ਵਿੱਚ ਰੱਖੀ ਗਈ ਕਿ ਤੁਸੀਂ ਇਹਨਾਂ ਨੂੰ ਹੱਲ ਕਰਨਾ ਹੈਗਾ। ਤਾਂ ਇਹ ਸੁਖਵਿੰਦਰ ਜੀ, ਇਹ ਹੁਣ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਮਜਬੂਰੀ ਬਣ ਚੁੱਕੀ ਆ, ਕਿਉਂਕਿ ਜੇਕਰ ਉਹਨਾਂ ਨੇ ਇੰਨੇ ਗੰਭੀਰ ਸਮਝੌਤੇ ਕਰ ਦਿੱਤੇ ਤਾਂ 4.5 ਸਾਲ ਦਾ ਜਿਹੜਾ ਸਮਾਂ ਸੀ ਉਹਨਾਂ ਕੋਲ ਸੀ, ਉਹ ਸਮੀਖਿਆ ਕਰ ਸਕਦੇ ਸਨ। ਔਰ ਈਵਨ ਕਿ ਜਦੋਂ ਨਵਜੋਤ ਸਿੱਧੂ ਵੱਲੋਂ ਸਮੇਂ ਤੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਸਮਝੌਤਿਆਂ ਦੇ ਪ੍ਰਤੀ ਜਿਹੜੀ ਆਵਾਜ਼ ਉਠਾਈ ਜਾਂਦੀ ਰਹੀ, ਤਾਂ ਵੀ ਉਹਦੀ ਆਵਾਜ਼ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ। ਪਰ ਜਿਸ ਤਰੀਕੇ ਨਾਲ ਅਸੀਂ ਕੱਲ ਗੱਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਹੁਣ ਐਡਾ ਸੌਖਾ ਨਹੀਂ ਆ ਕਿ ਨਵਜੋਤ ਸਿੱਧੂ ਵੱਲੋਂ ਉਠਾਏ ਗਏ ਨੁਕਤਿਆਂ ਜਾਂ ਮੁੱਦਿਆਂ ਨੂੰ ਇਹ ਗੱਲ ਕਹਿ ਦੇਣ ਕਿ ਇਹ ਪਾਰਟੀ ਬਗਾਵਤ ਦਾ ਨਾਂ ਆ। ਹੁਣ ਉਹਨਾਂ ਦੀ ਮਜਬੂਰੀ ਆ ਔਰ ਇਸ ਮਜਬੂਰੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਇਹ ਕੰਮ ਕਰਨਾ ਪਿਆ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਕਿ ਲੋਕਾਂ ਨੂੰ ਇਹਨੇ ਖੁਸ਼ ਹੋਣ ਦੀ ਲੋੜ ਨਹੀਂ ਆ ਕਿ ਇਹ ਸਮਝੌਤੇ ਵਾਕਿਆ ਹੀ ਜਿਸ ਤਰੀਕੇ ਨਾਲ ਕਾਨੂੰਨੀ ਰਾਹਾਂ ਦੇ ਨਾਲ ਇਹ ਸਮਝੌਤੇ ਹੋਏ ਨੇ, ਇਹਨੇ ਸੌਖਾ ਨਹੀਂ ਹੈ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ। ਬਿਲਕੁਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਜੇ, ਲੋਕਾਂ ਨੂੰ ਅਜੇ ਖੁਸ਼ ਹੋਣ ਦੀ ਲੋੜ ਨਹੀਂ ਆ। ਪਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦਾ ਇੱਕ ਗੁਣ ਇਹ ਵੀ ਹੈਗਾ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਉਹ ਜਿਹੜੀ ਗੱਲ ਤੇ ਅੜ ਜਾਣ ਕਿ ਉਹ ਆਪਣੀ ਗੱਲ ਅੜੀ ਪਕਾ ਲੈਂਦੇ ਆ। ਹਾਂ, ਹੁਣ ਅੜੀ ਪਕਾਉਣ ਦਾ ਮਜ਼ਾ ਜਦੋਂ ਲੋਕਾਂ ਨੇ ਇਹ ਵੇਖਣਾ ਕਿ ਹੁਣ ਉਹ ਆਪਣੀ ਕਹਿਣੀ ਤੇ ਕਥਨੀ ਚ ਕਿੰਨਾ ਪੂਰੇ ਉਤਰਦੇ ਨੇ। ਤੇ ਜੇਕਰ ਉਹਨਾਂ ਨੇ ਕੇਵਲ ਇਹ ਡਰਾਮਾ ਕਰਦਾ ਹੋਇਆ, ਪਰ ਇਹ ਡਰਾਮਾ ਹੁਣ ਉਹਨਾਂ ਦਾ ਜ਼ਿਆਦਾ ਚਿਰ ਚੱਲਣਾ ਨਹੀਂ ਆ, ਕਿਉਂਕਿ ਸੁਖਵਿੰਦਰ ਜੀ ਇਸ ਵੇਲੇ ਪੂਰਨ ਤੌਰ ਤੇ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਪਲ-ਪਲ ਦੀ ਜਿਹੜੀ ਖਬਰ ਆ, ਪਲ-ਪਲ ਦੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਆ, ਉਹਦੇ ਸੰਬੰਧੀ ਜਿਸ ਤਰੀਕੇ ਦੀ ਉਹ ਗੱਲਬਾਤ ਕਾਂਗਰਸ ਹਾਈਕਮਾਨ ਦੇ ਨੋਟਸ ਵਿੱਚ ਲਿਆ ਰਹੇ ਆ, ਤਾਂ ਇਹ ਲੱਗਦਾ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਹ ਤੋਂ ਭੱਜਣਗੇ। ਜਿਸ ਤਰੀਕੇ ਨਾਲ ਉਹਨਾਂ ਨੇ ਸਟੈਂਡ ਲਿਆ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਸਥਿਤੀ ਨੂੰ ਬਿਆਨ ਕੀਤਾ ਕਿ ਭਈ ਜਿਹੜਾ ਤਲਵੰਡੀ ਸਾਬੋ ਦਾ ਪਾਵਰ ਪਲਾਂਟ ਆ ਉਹਨੂੰ ਬੰਦ ਕਰ ਦਿੱਤਾ ਜਾਵੇ। ਬਾਕੀ ਜਿਹੜੇ ਪੀਸੀਐਲ ਨਾਲ ਜਿਹੜੇ ਬਾਕੀ ਸਮਝੌਤੇ ਹੋਏ ਨੇ ਉਹਨਾਂ ਦੇ ਸੰਦਰਭ ਦੇ ਵਿੱਚ ਵੀ ਜਿਹੜੀ ਆ ਸਮੀਖਿਆ ਜਿਹੜੀ ਕੀਤੀ ਜਾਵੇ। ਔਰ ਜਿਹੜੀ ਗ੍ਰਾਫਿਕਸ ਤੇ ਰਾਹੀਂ ਤੁਸੀਂ ਤਸਵੀਰ ਜਿਹੜੀ ਪੇਸ਼ ਕਰ ਰਹੇ ਜੀ, ਇਹ ਤਸਵੀਰ ਜਦੋਂ ਲੋਕਾਂ ਨੂੰ ਪਤਾ ਲੱਗਦੀ ਹੈ ਤਾਂ ਪਤਾ ਲੱਗਦਾ ਕਿ ਕਿਸ ਤਰੀਕੇ ਨਾਲ 10 ਸਾਲ ਅਕਾਲੀ ਭਾਜਪਾ ਸਰਕਾਰ ਦੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕਿਵੇਂ 4 ਸਾਲ ਜਾਂ 4.5 ਸਾਲ ਕਾਂਗਰਸ ਪਾਰਟੀ ਨੇ ਉਹਨਾਂ ਰਾਹਾਂ ਤੇ ਤੁਰਦੀ ਹੋਈ ਪੰਜਾਬ ਦੇ ਲੋਕਾਂ ਦਾ ਲਹੂ ਚੂਸਦੀ ਰਹੀ ਹੈ। ਤੇ ਜੇਕਰ ਹੁਣ ਇੱਕ ਬੰਦੇ ਨੇ ਜਿਹੜੀ 18/29 ਪ੍ਰੋਗਰਾਮ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦਿੱਤਾ ਸੀ, ਲਿਸਟ ਜਿਹੜੀ ਬਣਾ ਕੇ ਦਿੱਤੀ ਸੀ, ਉਹਦੇ ਵਿੱਚ ਪਾਵਰ ਪਰਚੇਜ਼ ਐਕਟ ਦਾ ਅਮੈਂਡਮੈਂਟ ਦੇ ਨਾਲ ਸੰਬੰਧਿਤ ਬੜਾ ਕੁਝ ਸੀ। ਤਾਂ ਇਹ ਜਿਹੜਾ ਹੈ ਇੱਕ ਦਬਾਅ ਦੀ ਜਿਹੜੀ ਨੀਤੀ ਹੈ, ਪ੍ਰੈਸ਼ਰ ਦੀ ਨੀਤੀ, ਕਿਉਂਕਿ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਖੁਸ਼ਕਿਸਮਤੀ ਕਹੀ ਜਾ ਸਕਦੀ ਹੈ ਕਿ ਅੱਜ ਤੱਕ ਪੰਜਾਬ ਕਾਂਗਰਸ ਦਾ ਇਹੋ ਜਿਹਾ ਪ੍ਰਧਾਨ ਆਇਆ ਨਹੀਂ। ਜਿਹੜਾ ਵੀ ਪ੍ਰਧਾਨ ਹੁੰਦਾ ਰਿਹਾ ਹਮੇਸ਼ਾ ਉਹਨਾਂ ਦੀ ਜੇਬ ਦਾ ਜਾਂ ਉਹਨਾਂ ਦਾ ਟਰੰਪ ਕਾਰਡ ਹੀ ਰਿਹਾ, ਯੈਸਮੈਨ ਰਿਹਾ। ਪਰ ਹੁਣ ਅਸਲ 'ਚ ਪਤਾ ਲੱਗ ਰਿਹਾ ਕਿ ਵਾਕਿਆ ਪੰਜਾਬ 'ਚ ਕਾਂਗਰਸ ਦੀ ਸਰਕਾਰ ਜਿਹੜੀ ਹੈ, ਕਾਂਗਰਸ ਪਾਰਟੀ ਦੀ ਸਰਕਾਰ ਆ। ਅੱਗੇ ਸਰਕਾਰ ਜਿਹੜੀ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੀ। ਤਾਂ ਇਹੋ ਜਿਹੇ ਸੰਦਰਭਾਂ ਦੇ ਵਿੱਚ ਅੱਜ ਦਾ ਪ੍ਰਸੰਗ ਜਿਹੜਾ ਅੱਜ ਦਾ ਆ ਰਿਹਾ, ਇਸ ਪ੍ਰਸੰਗ ਦੇ ਵਿੱਚ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਕੱਲ ਗੱਲ ਕੀਤੀ, ਚਿੱਠੀ ਫੜਾਈ, ਅੱਜ ਉਹਦੇ ਉੱਤੇ ਐਕਸ਼ਨ ਜਿਹੜਾ ਹੋ ਗਿਆ। ਚਲੋ ਇਹ ਐਕਸ਼ਨ ਅਮਲੀ ਨੂੰ ਕਦੋਂ ਅਖਤਿਆਰ ਕਰਦਾ, ਇਹ ਪ੍ਰਸ਼ਨ ਅਜੇ ਸਮੇਂ ਦੇ ਗਰਭ ਦੇ ਵਿੱਚ ਪਿਆ। ਪਰ ਜਿਸ ਤਰੀਕੇ ਨਾਲ ਕਾਰਵਾਈ ਉਹਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀ ਹੈ, ਜਾਂ ਇੱਕ ਕਿਸਮ ਦਾ ਅਖਬਾਰੀ ਜਾਂ ਜਿਹੜਾ ਬਿਆਨ ਜਿਹੜਾ ਸੀ ਗੱਲ ਹੋ ਰਿਹਾ ਅਣਖ ਸਾਹਿਬ, ਇਹ ਗੱਲ ਹੋ ਰਿਹਾ। ਕੱਲ ਜਦੋਂ ਨਵਜੋਤ ਸਿੰਘ ਸਿੱਧੂ ਆਪਣੇ 4 ਕਾਰਜਕਾਰੀ ਪ੍ਰਧਾਨਾਂ ਦੇ ਸਮੇਤ ਉੱਥੇ ਚਿੱਠੀ ਦੇ ਕੇ ਆਏ ਕੈਪਟਨ ਅਮਰਿੰਦਰ ਸਿੰਘ ਨੂੰ, ਤਾਂ ਚਿੱਠੀ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਬਿਆਨ ਆਇਆ ਕਿ ਭਾਈ ਜਿਹੜੀਆਂ ਇਹ ਗੱਲਾਂ ਕਹਿ ਕੇ ਗਏ ਆ ਤਾਂ ਮੈਂ ਪਹਿਲਾਂ ਹੀ ਆਲਰੇਡੀ ਕਰ ਚੁੱਕਿਆ, ਨਿਰਣਾਇਕ ਮੋੜ ਤੇ ਨੇ, ਤਾਂ ਪਤਾ ਤਾਂ ਸਭ ਨੂੰ ਸੀਗਾ ਇਹਦੇ ਵਿੱਚ ਹੋ ਕੁਝ ਨਹੀਂ ਰਿਹਾ। ਤੇ ਅੱਜ ਨਵਜੋਤ ਸਿੰਘ ਸਿੱਧੂ ਜਿਹੜੇ ਆ ਕੁਝ ਹੀ ਸਮਾਂ ਪਹਿਲਾਂ 2-2.5 ਘੰਟੇ ਪਹਿਲਾਂ ਦਿੱਲੀ ਪਹੁੰਚ ਗਏ। ਦਿੱਲੀ ਪਹੁੰਚਣ ਤੇ ਉੱਥੇ ਖਬਰਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਕਿ 18 ਨੁਕਾਤੀ ਸਮਝੌਤਿਆਂ ਦੇ ਉੱਪਰ ਹੋ ਸਕਦਾ ਕਿ ਕੈਪਟਨ ਦੇ ਉੱਪਰ ਪ੍ਰੈਸ਼ਰ ਬਣਾਇਆ ਜਾਵੇ। ਤਾਂ ਇਹ ਵੀ ਹੋ ਸਕਦਾ ਕਿ ਉੱਥੋਂ ਪ੍ਰੈਸ਼ਰ ਬਣਾ ਦਿੱਤਾ ਗਿਆ ਹੋਵੇ, ਫੋਨ ਤੇ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਭਾਈ ਹੁਣੇ ਕਰ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਸਮਝ ਲੱਗ ਗਈ ਹੋਵੇਗੀ ਕਿ ਨਵਜੋਤ ਸਿੰਘ ਸਿੱਧੂ ਫਿਰ ਹਾਈ ਕਮਾਨ ਕੋਲੇ ਪਹੁੰਚ ਗਿਆ
ਕਿਤੇ ਉਹੀ ਗੱਲ ਨਾ ਹੋਵੇ ਹੁਣੇ ਕੁਰਸੀ ਜਾਂਦੀ ਲੱਗੇ ਮੇਰੀ। ਇਸ ਚੱਕਰ ਦੇ ਵਿੱਚ ਵੀ ਹੋ ਸਕਦਾ ਮਜਬੂਰੀ ਦੇ ਵਿੱਚ ਹੀ ਜਲਦ ਤੋਂ ਜਲਦ ਫੈਸਲਾ ਲਿਆ ਗਿਆ ਹੋਵੇ। ਬਿਲਕੁਲ, ਮੈਨੂੰ ਜਿਹੜਾ ਤੁਸੀਂ ਸੈਕੰਡ ਫਰੇਜ਼ ਬੋਲੀ ਹੈ ਇਹ ਮੈਨੂੰ ਜ਼ਿਆਦਾ ਪ੍ਰਭਾਵਸ਼ਾਲੀ ਲੱਗਦੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਹੁਣ ਨਵਜੋਤ ਸਿੱਧੂ ਕਾਂਗਰਸ ਹਾਈ ਕਮਾਨ ਕੋਲ ਪਹੁੰਚ ਗਏ ਤੇ ਜਿਹੜੇ ਉਹਨਾਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਤਰ੍ਹਾਂ ਇਹ ਹਰੀਸ਼ ਰਾਵਤ ਨੇ ਪੂਰੀ ਮੀਟਿੰਗ ਕੀਤੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ 10 ਜੁਲਾਈ ਤੋਂ ਪਹਿਲਾਂ ਤੁਸੀਂ ਜਾ ਕੇ ਆਪਣੇ ਲੋਕਾਂ ਨੂੰ ਤੁਸੀਂ ਦੱਸਣਾ, ਇਹ ਪ੍ਰੈਸ ਕਾਨਫਰੰਸ ਕਰਨੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਕੋਈ ਵੀ ਅਜਿਹੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ, ਨਾ ਤਾਂ ਪ੍ਰੈਸ ਕਾਨਫਰੰਸ ਕੀਤੀ ਗਈ, ਨਾ ਲੋਕਾਂ ਨੂੰ ਭਰੋਸੇ ਦੇ ਵਿੱਚ ਲਿਆ ਕੇ ਕੋਈ ਐਲਾਨ ਕੀਤਾ ਗਿਆ। ਹੁਣ ਨਵਜੋਤ ਸਿੱਧੂ ਨੇ ਅਹੁਦਾ ਸੰਭਾਲਿਆ ਸੂਬਾ ਪ੍ਰਧਾਨ ਦਾ, ਉਸ ਤੋਂ ਮਗਰੋਂ ਉਹਦੀ ਮੀਟਿੰਗ ਹੋਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਔਰ ਜਾ ਕੇ ਉਹਨਾਂ ਲਿਸਟ ਫੜਾਈ ਔਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੱਲ ਗੁੰਗਲੋਂ ਤੋਂ ਮਿੱਟੀ ਝਾੜਨ ਦਾ ਯਤਨ ਕੀਤਾ ਕਿ ਹਾਂਜੀ ਜੀ ਇਹ ਪ੍ਰੋਗਰਾਮ ਅਸੀਂ ਪਹਿਲਾਂ ਹੀ ਹੱਲ ਕਰ ਲਏ, ਜੀ ਪਹਿਲਾਂ ਹੱਲ ਕਰ ਲਏ ਗਏ ਆ ਤੇ ਫਿਰ ਐਲਾਨ ਕਿਉਂ ਨਹੀਂ ਕੀਤਾ? ਜੇ ਐਲਾਨ ਕਰ ਦਿੱਤਾ ਤਾਂ ਲੋਕਾਂ ਦੇ ਧਿਆਨ ਵਿੱਚ ਕਿਉਂ ਨਹੀਂ ਲਿਆਂਦਾ? ਪਰ ਜੇ ਉਹਨਾਂ ਨੇ ਐਲਾਨ ਕਰਤਾ, ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਨਾ ਸਮਝ ਹੋਵੇ ਕਿ ਕਾਂਗਰਸ ਹਾਈ ਕਮਾਂਡ ਇਸ ਸਮੇਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੂਰਨ ਤੌਰ ਤੇ ਆਪਣਾ ਇੰਟਰਸਟ ਜਿਹੜਾ ਉਹ ਲੈ ਰਹੀ ਹੈ, ਕਿਉਂਕਿ ਉਹਨਾਂ ਦਾ ਨਿਰਧਾਰਤ ਜਿਹੜਾ ਸੈਨਾਪਤੀ ਹੈ ਨਵਜੋਤ ਸਿੱਧੂ ਪਲ ਦੇ ਖਬਰ ਜਿਹੜੀ ਹੈ ਉਹ ਹਾਈ ਕਮਾਂਡ ਨੂੰ ਦੇ ਰਿਹਾ, ਉਹ ਹਾਈ ਕਮਾਂਡ ਦੇ ਪੂਰਨ ਟੱਚ ਦੇ ਵਿੱਚ ਹੈਗਾ। ਤਾਂ ਆ ਜਿਹੜੀ ਕੋਈ ਬਾਅਦ ਵਿੱਚ ਲਾਈਨ ਬੋਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਦਾਂ ਲੱਗਦਾ ਹੋਵੇ ਕਿ ਸ਼ਾਇਦ ਕੁਰਸੀ ਵੀ ਕਿਸੇ ਸਮੇਂ ਜਾ ਸਕਦੀ ਹੈ, ਬਿਲਕੁਲ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਾਰਜਸ਼ੈਲੀ ਸੁਖਵਿੰਦਰ ਜੀ ਹਮੇਸ਼ਾ ਇਹੋ ਰਹੀ ਹੈ ਕਿ ਮੈਂ ਨਾ ਮੰਨੂ, ਨਾ ਉਹਨਾਂ ਨੇ ਕਦੀ ਕਿਸੇ ਦਾ ਪ੍ਰਭਾਵ ਆਪਣੇ ਤੇ ਮੰਨਿਆ ਤੇ ਨਾ ਹੀ ਕਦੀ ਆਪਣੀ ਕਿਸੇ ਦੀ ਅੜੀ ਜਿਹੜੀ ਚੱਲਣ ਦਿੱਤੀ ਹੈ। ਪਰ ਜਿਹੜਾ ਵਕਤ ਹੈ, ਸਮਾਂ ਜਿਹੜਾ ਆ, ਇਹ ਬਹੁਤ ਬੜਿਆ ਬੰਦਿਆਂ ਨੂੰ ਇਹ ਅਸਲ ਸਮੇਂ ਦੀ ਸਥਿਤੀ ਜਿਹੜੀ ਦਿਖਾ ਦਿੰਦਾ। ਜਿਸ ਤਰ੍ਹਾਂ ਉਹ ਕਿਹਾ ਜਾਂਦਾ ਕਿ ਸਮੇਂ ਸਵਾਤ ਉਹੀ ਅਰਜਨ ਤੇ ਬਾਣ, ਉਹੀ ਅਰਜਨ ਦੇ ਹੱਥ। ਜੇਕਰ ਅੱਜ ਨਵਜੋਤ ਸਿੱਧੂ ਦਿੱਲੀ ਪਹੁੰਚ ਰਿਹਾ, ਦੂਜੇ ਪਾਸੇ ਨਿਊਜ਼ ਚੈਨਲ ਤੇ ਇਹ ਜਿਹੜੀ ਰਿਪੋਰਟ ਜਿਹੜੀ ਪਬਲਿਸ਼ ਹੋ ਰਹੀ ਹੈ, ਤਾਂ ਇਹ ਤਾਂ ਕਲੀਅਰ ਹੈ ਕਿ ਜੋ ਵੀ ਕੁਝ ਅੱਜ ਦੀ ਤਰੀਕ 'ਚ ਹੋਇਆ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਜਿਹੜੇ ਐਲਾਨ ਕੀਤੇ ਗਏ ਨੇ, ਇਹ ਕੇਵਲ ਔਰ ਕੇਵਲ ਜਿਹੜਾ ਪ੍ਰਭਾਵ ਆ, ਪ੍ਰੈਸ਼ਰ ਆ ਜਿਹੜਾ ਨਵਜੋਤ ਸਿੱਧੂ ਵੱਲੋਂ ਬਣਾਇਆ ਗਾ। ਆਪਾਂ ਹੁਣ ਨਵਜੋਤ ਸਿੱਧੂ ਦੀ ਇਕੱਲੇ ਦੀ ਗੱਲ ਨਾ ਕਰੀਏ, ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਉਹਨਾਂ ਦੀ ਟੀਮ ਨੇ ਇੱਕ ਬਣਾਇਆ, ਉਹਨਾਂ ਦੇ ਅਗਵਾਈ ਵਾਲੀ ਟੀਮ ਨੇ, ਤਾਂ ਉਹ ਜਾ ਕੇ ਜਿਸ ਤਰੀਕੇ ਨਾਲ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਔਰ ਉਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕੰਮ ਕਰਨਾ ਪਿਆ। ਸੁਖਵਿੰਦਰ ਜੀ, ਇੱਕ ਮੈਂ ਗੱਲ ਹੋਰ ਜ਼ਰੂਰ ਕਰਨੀ ਚਾਹਾਂਗਾ, ਉਹ ਗੱਲ ਮੈਂ ਇਹ ਕਰਨੀ ਚਾਹਾਂਗਾ ਕਿ ਕਈ ਵਾਰੀ ਇਸ ਤਰ੍ਹਾਂ ਲੱਗਦਾ ਸੀ ਕਿ ਨਵਜੋਤ ਸਿੱਧੂ ਸਭ ਕੁਝ ਆਪਣੀ ਮਰਜ਼ੀ ਨਾਲ ਕਰ ਰਿਹਾ। ਨਵਜੋਤ ਸਿੱਧੂ ਜਿਹੜੇ ਬਿਆਨ ਦੇ ਰਿਹਾ ਜਾਂ ਟਵੀਟ ਦੇ ਰਿਹਾ, ਉਹਨੂੰ ਕੋਈ ਇਸ ਤਰ੍ਹਾਂ ਦਾ ਉਹਨੂੰ ਬਗਾਵਤ ਦੇ ਰੂਪ 'ਚ ਲਿਆ ਜਾਂਦਾ ਸੀ। ਪਰ ਅੱਜ ਦੀ ਸਥਿਤੀ ਤੋਂ ਇਹ ਗੱਲ ਸਾਫ਼ ਔਰ ਸਪਸ਼ਟ ਹੋ ਜਾਂਦੀ ਹੈ ਕਿ ਜੋ ਵੀ ਕੁਝ ਉਹਦੇ ਕੋਲ ਟਵੀਟਾਂ ਦੇ ਰਾਹੀਂ ਜੋ ਕੁਝ ਉਹ ਕਹਿ ਰਿਹਾ ਸੀ, ਨਵਜੋਤ ਸਿੱਧੂ ਜੋ ਕੁਝ ਕਰ ਰਿਹਾ ਸੀ, ਹਾਈ ਕਮਾਂਡ ਦੀ ਪੂਰਨ ਉਹ ਨੋਟਸ ਵਿੱਚ ਸੀ, ਹਾਈ ਕਮਾਂਡ ਦੇ ਪੂਰੀ ਉਹ ਨੋਟਸ ਵਿੱਚ ਸੀ ਔਰ ਨਾਲ ਹੀ ਨਾਲ ਹਾਈ ਕਮਾਂਡ ਦੀ ਤਿੱਖੀ ਨਜ਼ਰ ਉਹਨਾਂ ਟਵੀਟਾਂ ਤੇ ਸੀ, ਜਿਸ ਕਾਰਨ ਹਾਈ ਕਮਾਂਡ ਨੇ ਪੂਰਨ ਤੌਰ ਤੇ ਨਵਜੋਤ ਸਿੱਧੂ ਨੂੰ ਇੱਕ ਅਜਿਹਾ ਅਸੀਂ ਕਹਿ ਸਕਦੇ ਕਿ ਇੱਕ ਅਜਿਹਾ ਪਦ ਜਾਂ ਅਜਿਹੀ ਜ਼ਿੰਮੇਵਾਰੀ ਦਿੱਤੀ ਕਿ ਉਹ ਜ਼ਿੰਮੇਵਾਰੀ ਦੇ ਆਧਾਰ ਤੇ ਤੁਸੀਂ ਇਹਨਾਂ ਮੁੱਦਿਆਂ ਨੂੰ, ਇਹਨਾਂ ਲੋਕ ਮੁੱਦਿਆਂ ਨੂੰ ਲੈ ਕੇ ਤੁਸੀਂ ਹੱਲ ਕਰੋ। ਮੈਂ ਇੱਕ ਗੱਲ ਹੋਰ ਕਰਨੀ ਚਾਹਾਂਗਾ ਕਿ ਜੇਕਰ 2.5 ਸਾਲ ਜਾਂ 2.5 ਸਾਲ ਨਵਜੋਤ ਸਿੱਧੂ ਘਰ ਬੈਠਾ, ਤਾਂ ਘਰ ਬੈਠੇ ਉਦੋਂ ਅਸੀਂ ਸਾਰੀ ਗੱਲਾਂ ਕਰਦੇ ਕਿ ਉਹ ਬੰਦਾ ਬੋਲਦਾ ਕਿਉਂ ਨਹੀਂ, ਕਰਦਾ ਕਿਉਂ ਨਹੀਂ। ਮੈਨੂੰ ਇਸ ਤਰ੍ਹਾਂ ਲੱਗਦਾ ਕਿ 2.5 ਸਾਲ ਕੇਵਲ ਉਹਨੇ ਨਵਜੋਤ ਸਿੱਧੂ ਨੇ ਕੇਵਲ ਪੰਜਾਬ ਸਰਕਾਰ ਦੇ ਕੰਮਾਂ ਦੀ, ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੀ ਹੀ ਸਮੀਖਿਆ ਕੀਤੀ। ਉਸ ਸਮੀਖਿਆ ਦੇ ਆਧਾਰ ਤੇ ਉਸਨੇ ਸਾਰੀ ਇੱਕ ਰਿਪੋਰਟ ਤਿਆਰ ਕੀਤੀ ਔਰ ਉਹ ਸਮੀਖਿਆ ਜਿਹੜੀ ਫੀਡਬੈਕ ਸੀ ਉਹ ਰੈਗੂਲਰ ਜਿਹੜੀ ਆ ਹਾਈ ਕਮਾਂਡ ਕੋਲ ਜਾਂਦੀ ਰਹੀ, ਜਿਸ ਕਾਰਨ ਹਾਈ ਕਮਾਂਡ ਨੇ ਕੌੜਾ ਅੱਖ ਚੱਕਦਿਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬਿਲਕੁਲ ਪੂਰਨ ਤੌਰ ਤੇ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ, ਹੱਥਿਆਂ ਨਿਸ਼ਸਤਰ ਕਰ ਦਿੱਤਾ ਕਿ ਹਾਂ ਭਈ ਹੁਣ ਜਿਹੜੀ ਤੇਰੀ ਲੋੜ ਹੁਣ ਕੰਮ ਕਰਕੇ ਵਿਖਾਉਂਦੀ ਹੈ। ਸੋ ਸੁਖਵਿੰਦਰ ਜੀ, ਜਿਹੜੀ ਅੱਜ ਦੀ ਜਿਹੜੀ ਕਾਰਵਾਈ ਆ, ਅਸੀਂ ਇਹ ਕਹਿ ਸਕਦੇ ਕਿ ਨਵਜੋਤ ਸਿੱਧੂ ਦੇ ਪ੍ਰਭਾਵ ਅਧੀਨ, ਪ੍ਰੈਸ਼ਰ ਦੇ ਵਿੱਚ ਔਰ ਮਜਬੂਰੀ 'ਚ ਕੈਪਟਨ ਕੀ ਲੱਗਦਾ ਕਿ ਇਸ ਫੈਸਲੇ ਤੋਂ ਬਾਅਦ, ਇਸ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਘਿਰਦੇ ਦਿਖਾਈ ਦੇ ਰਹੇ ਆ ਤੇ ਉਹਨਾਂ ਦੀ ਸਰਕਾਰ ਖੁਦ ਘਿਰਦੀ ਦਿਖਾਈ ਦੇ ਰਹੀ ਹੈ, ਕਿਉਂਕਿ ਜੇਕਰ ਇਹ ਸਮਝੌਤੇ ਹੁਣ ਰੱਦ ਹੋ ਵੀ ਜਾਂਦੇ ਆ ਤਾਂ ਫਿਰ ਤੁਹਾਡੇ ਵੱਲੋਂ ਪਹਿਲਾਂ 4.5 ਸਮਝੌਤੇ 4.5 ਸਾਲ ਜਿਹੜੇ ਰੱਦ ਕਿਉਂ ਨਹੀਂ ਕਰ ਲਏ ਗਏ? ਪਹਿਲਾਂ ਕਿਉਂ ਨਹੀਂ ਕਰ ਰਹੇ? ਖਰਬਾਂ ਰੁਪਈਆ ਲੋਕਾਂ ਦਾ ਤੁਸੀਂ ਜਾਇਆ ਕਰਤਾ, ਨਜਾਇਜ਼ ਤੌਰ ਤੇ ਕੰਪਨੀਆਂ ਦੀਆਂ ਜੇਬਾਂ 'ਚ ਪਾਤਾ ਨਜਾਇਜ਼ ਤੌਰ ਤੇ, ਤਾਂ ਉਹ ਰੋਕਿਆ ਜਾ ਸਕਦਾ ਸੀ, ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ? ਤੇ ਜੇ ਹਾਲੇ ਵੀ ਨਹੀਂ ਹੁੰਦਾ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਫੇਰ ਤਾਂ ਜਿਹੜੀ ਹੇਠੀ ਹੈਗੀ ਉਹ ਹੈਗੀ ਹੈ। ਦੋਵੇਂ ਪਾਸੇ ਲੱਗਦਾ ਹੈ ਕਿ ਜੇਕਰ ਹੋ ਵੀ ਜਾਂਦਾ ਤੇ ਜੇਕਰ ਨਹੀਂ ਵੀ ਹੁੰਦਾ, ਸਰਕਾਰ ਤਾਂ ਮਰੇਗੀ। ਬਿਲਕੁਲ ਸੁਖਵਿੰਦਰ ਜੀ, ਬੜਾ ਵਧੀਆ ਸਵਾਲ ਤੁਸੀਂ ਕਰ ਰਹੇ ਜੀ ਕਿ ਜੇਕਰ ਹੁਣ ਤੁਹਾਡੇ ਤੇ ਇੰਨਾ ਪ੍ਰੈਸ਼ਰ ਪਿਆ, ਤੁਹਾਨੂੰ ਕਾਂਗਰਸ ਹਾਈ ਕਮਾਂਡ ਨੇ ਜਾਂ ਤੁਹਾਡੇ ਪ੍ਰਧਾਨ ਨੇ ਇੰਨੀ ਗੱਲ ਕਹੀ, ਤਾਂ ਤੁਸੀਂ ਹੁਣ ਸੋਚ ਲਿਆ ਕਿ ਅਸੀਂ ਰੱਦ ਕਰਦਾ। ਇਹ ਵੀ ਗੱਲ ਮੰਨ ਲਓ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਮੈਂ ਜੀ ਉਹਨਾਂ ਦੇ ਪ੍ਰਭਾਵਾਂ ਦੇ ਨਹੀਂ ਕੀਤਾ, ਮੈਂ ਹੁਣ ਸੋਚਿਆ। ਬੜਾ ਵਧੀਆ ਤੁਸੀਂ ਪ੍ਰਸ਼ਨ ਕੀਤਾ। 4.5 ਸਾਲ ਪਹਿਲਾਂ ਕਿੱਥੇ ਸੀ, ਉਦੋਂ ਕਿਉਂ ਚੁੱਪ ਰਹੇ? ਤਾਂ ਕਹਿਣ ਦਾ ਅਰਥ ਇਹ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ
ਦੋਵਾਂ ਸਥਿਤੀਆਂ ਦੇ ਵਿੱਚ ਘੇਰਦੇ ਮਹਿਸੂਸ ਹੁੰਦੇ, ਉਹਨਾਂ ਦੀ ਜਵਾਬਦੇਹੀ ਬਣਦੀ ਹੈ। ਜਾਂ ਬੜੀ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਦੇ ਜਿਹੜੇ ਬੁਲਾਰੇ ਨੇ ਉਹਨਾਂ ਦੀ ਸਟੇਟਮੈਂਟ ਇਸ ਸੰਦਰਭ 'ਚ ਆ ਵੀ ਗਈ, ਉਹਨਾਂ ਨੇ ਆਪਣਾ ਬਿਆਨ ਵੀ ਦਾਖ ਦਿੱਤਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਕੱਲ੍ਹ ਨੂੰ ਕਰੇਗੀ, ਜਿਹੜੀ ਮੁੱਖ ਤੌਰ ਤੇ ਇਸ ਮੁੱਦੇ ਨੂੰ ਲੈ ਕੇ ਚੱਲੀ ਹੈ। ਨਵਜੋਤ ਸਿੱਧੂ ਨੇ ਤਾਂ ਕਰਨਾ ਹੀ ਕਰਨਾ। ਉਹ ਵੀ ਇਹ ਸਵਾਲ ਚੱਕ ਰਹੇ ਆ, ਉਹ ਕਹਿੰਦੇ ਕਿ ਜੇ ਹੁਣ ਹੋ ਸਕਦਾ ਪਹਿਲਾਂ ਕਿਉਂ ਨਹੀਂ ਕੀਤਾ? ਪਹਿਲਾਂ ਜਿਹੜਾ ਕਰੋੜਾਂ ਰੁਪਇਆ ਨਜਾਇਜ਼ ਜਾਂ ਖਰਬਾਂ ਰੁਪਇਆ ਨਜਾਇਜ਼ ਚਲਾ ਗਿਆ, ਉਹਦਾ ਹਿਸਾਬ ਕਿਤਾਬ ਫਿਰ ਤੁਸੀਂ ਦੇਣਾ। ਤੁਸੀਂ ਕਿਵੇਂ ਦਿਓਗੇ ਲੋਕਾਂ ਨੂੰ? ਨਜਾਇਜ਼ ਤੌਰ ਤੇ ਤੁਸੀਂ ਕਿਉਂ ਦਿੱਤਾ? ਸੁਖਵਿੰਦਰ ਜੀ ਵੇਖੋ, ਜਦੋਂ ਬੰਦੇ ਦੇ ਹਾਲਾਤ ਜਾਂ ਦਿਨ ਮਾੜੇ ਹੋਣ ਨਾ, ਤਾਂ ਫਿਰ ਪਰਮਾਤਮਾ ਬੰਦੇ ਦੀ ਮਤਲਬ ਆਣ ਕੇ ਘਸੋੜ ਨਹੀਂ ਮਾਰਦਾ, ਬੰਦੇ ਦੀ ਜਿਹੜੀ ਬੁੱਧ ਆ ਉਹ ਮਾਰ ਦਿੰਦਾ। ਔਰ ਪੂਰਨ ਤੌਰ ਤੇ ਬੰਦਾ ਜਦੋਂ ਵਿਨਾਸ਼ਕਾਲ ਵੱਲ ਜਾਂਦਾ ਤਾਂ ਇਹੋ ਜਿਹੀਆਂ ਸਥਿਤੀਆਂ ਉਹਦੇ ਵਾਸਤੇ ਆਪਣੇ ਆਪ ਪੈਦਾ ਹੁੰਦੀਆਂ। ਮੈਨੂੰ ਤੁਹਾਡੀ ਇੱਕ ਗੱਲ ਬੜੀ ਯਾਦ ਆ ਕਿ ਇੱਕ ਵਾਰੀ ਆਪਾਂ ਪ੍ਰੋਗਰਾਮ ਕਰ ਰਹੇ ਸਾਂ, ਤਾਂ ਤੁਸੀਂ ਇੱਕ ਗੱਲ ਇਹ ਗੱਲ ਕਹੀ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਦੇ ਵਿੱਚ ਕੀ ਦੋਸ਼ੀਆਂ ਨੂੰ ਸਜ਼ਾ ਦੇਣੀ, ਤਾਂ ਉਹਦੇ ਵਿੱਚ ਤੁਸੀਂ ਇੱਕ ਲਾਈਨ ਕੋਡ ਕੀਤੀ ਸੀ, ਗੁਰੂ ਸਾਹਿਬ ਆਪ ਸਮਰੱਥ ਨੇ ਕਿ ਉਹ ਸਜ਼ਾ ਬੰਦਾ ਕੌਣ ਹੁੰਦਾ। ਤਾਂ ਸੁਖਵਿੰਦਰ ਜੀ, ਇਹ ਜੋ ਕੁਝ ਹੋ ਰਿਹਾ, ਮੈਨੂੰ ਪਤਾ ਨਹੀਂ ਹਮੇਸ਼ਾ ਇਦਾਂ ਹੀ ਲੱਗਦਾ ਕਿ ਜਿਹੜੇ ਬੰਦੇ ਇਹਦੇ ਵਾਸਤੇ ਜ਼ਿੰਮੇਵਾਰ ਸੀ ਉਹਨਾਂ ਦਾ ਵੀ ਕੱਖ ਨਹੀਂ ਰਿਹਾ, ਔਰ ਜਿਹੜੇ ਬੰਦਿਆਂ ਨੇ ਇਹਨਾਂ ਦੇ ਨਾਂ ਤੇ ਰਾਜਨੀਤੀ ਕੀਤੀ ਉਹਨਾਂ ਦਾ ਵੀ ਕੱਖ ਰਿਹਾ, ਉਹਨਾਂ ਦਾ ਵੀ ਕੱਖ ਨਹੀਂ, ਬਿਲਕੁਲ ਉਹਨਾਂ ਦਾ ਵੀ ਕੱਖ ਨਹੀਂ ਰਿਹਾ। ਬੰਦਾ ਵਿਨਾਸ਼ ਦੀ ਜਿਹੜੀ ਸਥਿਤੀ ਚੱਲਦੀ ਪਈ ਆ, ਵਿਨਾਸ਼ ਕਿਸ ਤਰੀਕੇ ਨਾਲ ਹੋ ਰਿਹਾ, ਬੰਦਾ ਕਰਦਾ ਆਪਣੇ ਸੁਧਾਰ ਵਾਸਤੇ ਆ, ਉਹਦੇ ਤੋਂ ਦੂਜੀ ਗਲਤੀ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਦੇ ਇਹ ਗੱਲ ਸੋਚੀ ਸੀ ਕਿ ਮੈਨੂੰ ਮਹਿਲਾਂ ਤੋਂ ਬਾਹਰ ਨਿਕਲ ਕੇ ਆਮ ਲੋਕਾਂ ਨੂੰ ਮਿਲਣਾ ਪਏਗਾ, ਆਮ ਲੋਕਾਂ ਨਾਲ ਜਾਣਾ ਪਏਗਾ, ਜਾਂ ਮੈਨੂੰ ਬਿਜਲੀ ਸਮਝੌਤੇ ਰੱਦ ਕਰਨੇ ਪੈਣਗੇ? ਰੱਦ ਹੋਣ ਨਾ ਹੋਣ, ਉਹ ਇਹ ਸਟੇਟਮੈਂਟ ਦੇ ਕੇ, ਇਹ ਬਿਆਨ ਦੇ ਕੇ ਇੱਕ ਕਸੂਤੀ ਸਥਿਤੀ ਦੇ ਵਿੱਚ ਫਸ ਗਏ। ਜਿਸ ਤਰੀਕੇ ਨਾਲ ਤੁਸੀਂ ਇਸ ਸਥਿਤੀ ਨੂੰ ਬਿਆਨ ਕੀਤਾ ਕਿ ਕਿਵੇਂ ਉਹ ਲੋਕਾਂ ਨੂੰ ਜਵਾਬ ਦੇਣਗੇ ਕਿ ਜੇ ਹੁਣ ਕੀਤਾ ਤਾਂ ਫਿਰ 4.5 ਸਾਲ ਕਿਉਂ ਨਹੀਂ ਕੀਤਾ? ਇਹਦਾ ਮਤਲਬ ਤਾਂ ਇਹੋ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹਦਾ ਨਾਲ ਫਿਰ ਬੈਕਫੁੱਟ ਤੇ ਜਾਣਗੇ, ਤੇ ਇਹਦਾ ਸਿੱਧਾ ਕ੍ਰੈਡਿਟ ਜਿਹੜਾ ਨਵਜੋਤ ਸਿੱਧੂ ਨੂੰ ਜਾਊਗਾ ਕਿ ਹਾਂ ਵੀ ਉਹ ਬੰਦਾ ਠੀਕ ਕਹਿੰਦਾ। ਹੁਣ ਕੱਲ੍ਹ ਨੂੰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ, ਉਹਨਾਂ ਵਿਰੋਧੀ ਪਾਰਟੀਆਂ ਨੇ ਇਹ ਕੈਪਟਨ ਅਮਰਿੰਦਰ ਨੂੰ ਇਹਦੇ ਸੰਬੰਧੀ ਸਵਾਲ ਕਰਨਾ, ਔਰ ਸਵਾਲ ਕਰਨੇ ਬਣਦੇ ਵੀ ਆ। ਜੇਕਰ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰ ਰਹੇ ਇਸ ਮੁੱਦੇ ਦੇ ਉੱਤੇ, ਤਾਂ ਕੀ ਰਾਜਨੀਤਿਕ ਪਾਰਟੀ ਨੂੰ ਠੰਡਾ ਥੋੜਾ ਕੱਢਦਾ ਵਾ? ਜਿਸ ਤਰੀਕੇ ਨਾਲ ਵਿਰਸਾ ਸਿੰਘ ਮੁਲਟੋ ਹੋਣੀ ਪਹਿਲਾਂ, ਜਾਂ ਹੋਰ ਇਹੋ ਜਿਹੇ ਬੰਦੇ ਪਹਿਲਾਂ ਕੁਝ ਤਿਆਰ ਹੋਏ ਹੁੰਦੇ ਨੇ, ਉਹਨਾਂ ਨੇ ਬਿਲਕੁਲ ਪ੍ਰੈਸ ਬਿਆਨ ਜਾਰੀ ਨਹੀਂ ਕਰ ਲਏ ਹੋਣਗੇ ਕਿ ਇਹਦਾ ਕੈਪਟਨ ਅਮਰਿੰਦਰ ਦਾ ਚੜਾ ਲੰਗਾ ਹੋ ਗਿਆ। ਚਲੋ ਉਹ ਇੱਕ ਅਲੱਗ ਵਿਸ਼ਾ ਹੈ। ਇਹ ਕਹਿਣ ਦਾ ਅਰਥ ਹੈ ਕਿ ਜੋ ਵੀ ਇਸ ਵੇਲੇ ਸਥਿਤੀਆਂ ਜੋ ਵਾਪਰਦੀਆਂ ਪਈਆਂ, ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਕਾਂਗਰਸ ਸਰਕਾਰ ਪਾਰਟੀ ਜਿਹੜੀ ਹੈ, ਜਿੱਦਾਂ ਹਾਈਕਮਾਨ ਸਰਗਰਮ ਹੋਈ ਹੈ, ਔਰ ਉਹਦੇ ਨਾਲ ਉਹਨਾਂ ਨੇ ਪੰਜਾਬ ਦੇ ਜਥੇਬੰਦਕ ਢਾਂਚੇ ਦੇ ਸੰਗਠਨ ਨੂੰ ਮਜ਼ਬੂਤ ਕੀਤਾ, ਔਰ ਮਜ਼ਬੂਤ ਕਰਨ ਦੇ ਨਾਲ ਨਾਲ ਨਵਜੋਤ ਸਿੱਧੂ ਜਿਸ ਤਰੀਕੇ ਨਾਲ ਫਾਰਮ ਦੇ ਵਿੱਚ ਆਏ, ਤਾਂ ਇਸ ਦੇ ਜਿਹੜੇ ਨਤੀਜੇ ਨੇ ਅਜੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਹੈਰਾਨੀਜਨਕ ਜਿਹੜੇ ਹੋਣਗੇ। ਹੋਰ ਵੀ ਸਥਿਤੀਆਂ ਜਿਹੜੀਆਂ ਸਾਨੂੰ ਵੇਖਣ ਨੂੰ ਮਿਲ ਸਕਦੀਆਂ, ਔਰ ਦੇਖਣਾ ਜਿਸ ਤਰੀਕੇ ਦੇ ਨਾਲ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਐਕਸ਼ਨ ਮੂਡ 'ਚ ਦਿਖਾਈ ਦੇ ਰਹੇ ਆ, ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਇੱਕ ਅੱਧੇ ਦਿਨ 'ਚ ਜਿਹੜੀ ਬਿਕਰਮ ਸਿੰਘ ਮਜੀਠੀਆ ਵਾਲੀ ਰਿਪੋਰਟ ਹੈ, ਜਾਂ SIT ਦੀ ਰਿਪੋਰਟ ਆ, ਜਾਂ ਵੱਡੇ ਬਾਦਲ ਛੋਟੇ ਬਾਦਲ ਸਾਹਿਬ ਜਾਂ ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਦੇ ਸੰਬੰਧੀ ਕੋਈ ਇਹੋ ਜਿਹੀਆਂ ਖਬਰਾਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਐਲਾਨ ਕਰ ਸਕਦੇ ਆ, ਤੇ ਦੇਖਣਾ ਜੇਕਰ ਉਹ ਇਹੋ ਜਿਹਾ ਐਲਾਨ ਕਰਦੇ ਆ, ਉਹ ਵੀ ਉਹਨਾਂ ਵਾਸਤੇ ਨੁਕਸਾਨਦੇਹ ਹੋਊਗਾ, ਬੈਕਫੁੱਟ ਤੇ ਜਾਊਗਾ ਕਿ ਜੇਕਰ ਤੁਹਾਨੂੰ ਪਤਾ ਹੀ ਤਾਂ ਫਿਰ ਪਹਿਲਾਂ ਕਿਉਂ ਆਏ। ਸੋ ਅਜਿਹੀਆਂ ਰਾਜਨੀਤਿਕ ਸਰਗਰਮੀਆਂ ਜਿਹੜੀਆਂ ਨੇ, ਆਉਣ ਵਾਲੇ ਜਿਹੜੇ ਸਿਆਸੀ ਘਟਨਾਕ੍ਰਮ ਸਾਨੂੰ ਵੇਖਣ ਨੂੰ ਬੜੇ ਆਉਣ ਦੇ ਦਿਨਾਂ ਸਾਨੂੰ ਵੇਖਣ ਨੂੰ ਮਿਲਣਗੇ, ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਤਿੱਖਾ ਪ੍ਰਭਾਵ ਪਾਉਣਗੇ, ਚਾਹੇ ਉਹ ਕਾਂਗਰਸ ਪਾਰਟੀ ਦੇ ਅੰਦਰ ਪ੍ਰਭਾਵ ਪਾਵੇ ਜਾਂ ਵਿਰੋਧੀ ਦੇਸ਼ਾਂ ਵਿੱਚ ਵੀ। ਜੀ ਸਰਪੰਚ ਜੀ, ਬਿਲਕੁਲ। ਕਾਂਕੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਸ ਅਹਿਮ ਮੁੱਦੇ ਤੇ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਕਾਂਕੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ, ਵਿਚਾਰ ਚਰਚਾ ਕੀਤੀ ਗਈ, ਆਪਣੀ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ ਨੇ। ਸਾਫ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਵੀ ਫੈਸਲਾ ਲੈ ਰਹੇ ਨੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ, ਉਹੀ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਪੁੱਠਾ ਪੈਂਦਾ ਦਿਖਾਈ ਦੇ ਰਿਹਾ, ਚਾਹੇ ਉਹ ਨਵਜੋਤ ਸਿੰਘ ਸਿੱਧੂ ਦੀ ਵਿਰੋਧਤਾ ਕਰਕੇ ਹੋਵੇ, ਚਾਹੇ ਉਹ ਕਹਿੰਦੇ ਹੋਣ ਕਿ ਕੈਪਟਨ ਅਮਰਿੰਦਰ ਸਿੰਘ ਕਿ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੇ ਦਰਵਾਜ਼ੇ ਬੰਦ ਆ, ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਉਹ ਕਹਿੰਦੇ ਸੀ ਪ੍ਰਧਾਨ ਕਿਵੇਂ ਬਣ ਜੂ, ਤਾਂ ਵੀ ਪ੍ਰਧਾਨ ਬਣਾ ਦਿੱਤਾ ਗਿਆ। ਉਹ ਕਹਿੰਦੇ ਸੀ ਕਿ ਨਵਜੋਤ ਮੇਰੇ ਤੋਂ ਮਾਫੀ ਮੰਗੇ ਫਿਰ ਮੈਂ ਉਹਨੂੰ ਮਿਲੂੰਗਾ, ਬਿਨਾਂ ਮਾਫੀ ਮੰਗੇ ਤੋਂ ਉਹਨਾਂ ਨੂੰ ਮਿਲਣਾ ਪਿਆ। ਹੋਰ ਵੀ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੋਈਆਂ ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਮੁਸ਼ਕਲਾਂ ਦੇ ਵਿੱਚ ਘਿਰਦੇ ਹੋਏ ਦਿਖਾਈ ਦਿੱਤੇ ਆ। ਤਾਂ ਹੁਣ ਜਿਹੜਾ ਆਹ ਫੈਸਲਾ ਲਿਆ ਗਿਆ, ਠੀਕ ਹੈ, ਰੱਦ ਕਰਨੇ ਵੀ ਚਾਹੀਦੇ ਆ ਤੇ ਕਰਨੇ ਬਣਦੇ ਵੀ ਹੈ, ਕਿਉਂਕਿ ਵਾਅਦਾ ਵੀ ਕੀਤਾ ਹੋਇਆ ਸੀ, ਕੋਈ ਆਸਾਨ ਨਹੀਂ ਲੋਕਾਂ ਦੇ, ਕਿਉਂਕਿ ਵਾਅਦਾ ਕਰਕੇ ਹੈਗੀ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ। ਤਾਂ ਸਵਾਲ ਇਹ ਖੜਾ ਹੁੰਦਾ ਹੈ, ਜੇਕਰ ਹੁਣ ਰੱਦ ਹੋ ਸਕਦੇ ਆ ਤਾਂ ਪਹਿਲਾਂ 4.5 ਸਾਲ ਰੱਦ ਕਿਉਂ ਨਹੀਂ ਹੋਏ, ਇਹ ਸਵਾਲ ਬਣਦਾ ਹੈ। ਇਹ ਹੁਣ ਲੋਕ ਦੇਖਣਗੇ ਕਿ ਪਹਿਲਾਂ ਕਿਉਂ ਨਹੀਂ ਹੋਏ, ਲੋਕ ਸਵਾਲ ਵੀ ਪੁੱਛਣਗੇ ਜਦੋਂ ਲੋਕਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ। ਸਾਰੇ ਲੀਡਰ, ਇਹਨਾਂ ਦੀ ਪਾਰਟੀ ਦੇ ਲੀਡਰਾਂ ਨੂੰ ਸਵਾਲ ਪੁੱਛਿਆ ਜਾਊਗਾ, ਦੇਖਦੇ ਹਾਂ ਕੀ ਜਵਾਬ ਦਿੰਦੇ ਆ। ਪਰ ਫਿਲਹਾਲ ਹੀ ਸਾਨੂੰ ਇੰਤਜ਼ਾਰ ਕਰਨਾ ਪਊਗਾ ਕਿ ਇਸ ਬਿਆਨ ਦੇ ਐਲਾਨ ਤੋਂ ਬਾਅਦ ਕੀ ਸਮਝੌਤੇ ਬਾਕੀ ਰੱਦ ਹੁੰਦੇ ਆ ਜਾਂ ਨਹੀਂ, ਇਹਦਾ ਦੇਖਣ ਵਾਲੀ ਗੱਲ ਹੋਊਗੀ। ਫਿਲਹਾਲ ਹੀ ਮੈਨੂੰ ਦੇ ਦਿਓ ਇਜਾਜ਼ਤ।
ਦੁਬਾਰਾ ਫਿਰ ਮਿਲਾਂਗੇ। ਧੰਨਵਾਦ।